ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਵਿਛੋੜਾ ਗੁਰੂ ਸਾਹਿਬ ਨਾਲੋਂ ਬਾਕੀ ਸਾਰੇ ਸਾਥ ਨਾਲੋਂ ਪੈ ਚੁੱਕਾ ਹੈ। ਬਾਕੀ ਸਰਸਾ ਪਾਰ ਕਰ ਜਾਂਦੇ ਹਨ, ਮਾਤਾ ਜੀ ਤੇ ਸਾਹਿਬਜ਼ਾਦੇ ਸਰਸਾ ਪਾਰ ਨਹੀਂ ਕਰ ਪਾਉਂਦੇ। ਉਸੇ ਪਤਨ ਦੇ ਨਾਲ ਸਤਲੁਜ ਵੱਲ ਨੂੰ ਤੁਰ ਪੈਂਦੇ ਹਨ। ਪਰਿਵਾਰ ਵਿਛੋੜਾ ਸਾਹਿਬ ਤੋਂ ਅਸੀਂ ਇਸ ਵੇਲੇ ਤਕਰੀਬਨ 7 ਕਿਲੋਮੀਟਰ ਦੂਰ ਖੜੇ ਹਾਂ। ਇਹ ਗੁਰਦੁਆਰਾ ਸਾਹਿਬ ਸ਼ਨ ਕੁੰਮਾ ਮਾਸ਼ਕੀ ਜੀ, ਜਿੱਥੇ ਉਹਨਾਂ ਨੇ ਪਹਿਲੀ ਰਾਤ ਗੁਜ਼ਾਰੀ। ਵਿਛੋੜਾ ਪੈ ਗਿਆ ਹੈ, ਅੰਮ੍ਰਿਤ ਵੇਲਾ ਹੈ, ਅਜੇ ਹਨੇਰਾ ਹੈ। ਮਾਤਾ ਜੀ ਤੇ ਸਾਹਿਬਜ਼ਾਦੇ ਨਾਲ ਤੁਰੇ ਜਾ ਰਹੇ ਹਨ। ਬਹੁਤ ਹੀ ਕੰਡਿਆਲੀਆਂ ਝਾੜੀਆਂ, ਪੂਰਾ ਸੰਘਣਾ ਜੰਗਲ ਹੈ, ਕਿਉਂਕਿ ਸਰਸਾ ਦਾ ਵੀ ਕਿਨਾਰਾ ਹੈ ਤੇ ਸਤਲੁਜ ਦਾ ਵੀ ਕਿਨਾਰਾ ਹੈ। ਅੱਜ ਵੀ ਸਤਲੁਜ ਗੁਰਦੁਆਰਾ ਸਾਹਿਬ ਤੋਂ ਸਿਰਫ ਤਕਰੀਬਨ 200 ਮੀਟਰ ਪਿਛਲੇ ਪਾਸੇ ਵਗ ਰਿਹਾ ਹੈ। ਉਸ ਟਾਈਮ ਤੇ ਸਰਸਾ ਗੁਰਦੁਆਰਾ ਸਾਹਿਬ ਤੋਂ ਇੱਧਰ ਸੀਗੀ, ਇਸੇ ਪਾਸੇ ਹੀ ਅੱਗੇ ਸਰਸਾ ਹੈ, ਇਸੇ ਪਾਸੇ ਹੀ ਅੱਗੇ ਚੱਕ ਢੇਰਾ ਹੈ ਜਿੱਧਰ ਨੂੰ ਸਾਹਿਬਜ਼ਾਦੇ ਜਾਣਾ ਹੈ। ਅੱਜ ਸਰਸਾ ਇੱਧਰ ਨੂੰ ਵਗ ਰਹੀ ਹੈ। ਦਰਿਆਵਾਂ ਦੇ ਕੋਲ ਰਹਿਣ ਵਾਲੇ ਜਾਂ ਜਾਣਕਾਰੀ ਰੱਖਣ ਵਾਲੇ ਸਮਝਦੇ ਹਨ ਕਿ ਦਰਿਆ, ਨਦੀਆਂ ਆਪਣੇ ਸਥਾਨ ਬਦਲਦੇ ਰਹਿੰਦੇ ਹਨ, ਬਹਾਅ ਹੁੰਦੇ ਹਨ, ਥਾਂ ਬਦਲ ਜਾਂਦੇ ਹਨ। ਹੁਣ ਪਤਾ ਹੈ ਕਿ ਬਾਕੀ ਸਾਥ ਵਿਛੜ ਗਿਆ ਹੈ, ਇਹ ਵੀ ਨਹੀਂ ਪਤਾ ਕਿ ਕਦੋਂ ਮਿਲਣਾ ਹੈ। रस्ते से जब भटक गए नन्हे सवार थे, तकते पिता को चारों तरफ बार बार थे। ਤੁਸੀਂ ਆਪ ਸੋਚੋ, ਇਸ ਏਜ ਦੇ ਦੋ ਬੱਚੇ ਵੀ ਹੋਣਗੇ ਤਾਂ ਕੀ ਕਰਨਗੇ ਜਦੋਂ ਗਵਾਚ ਜਾਣਗੇ। ਉਹ ਲੱਭਣਗੇ ਆਲੇ ਦੁਆਲੇ, ਹਨੇਰਾ ਹੈ, ਇਹ ਵੀ ਨਹੀਂ ਪਤਾ ਉਹਨਾਂ ਦੇ ਪੈਰਾਂ 'ਚ ਜੋੜਾ ਹੈ ਕਿ ਨਹੀਂ। ਕੰਢਿਆਂ 'ਚ ਤੁਰ ਰਹੇ ਹਨ, ਦਿਨ ਦਾ ਚੜ੍ਹਾਅ ਹੋਣਾ ਸ਼ੁਰੂ ਹੋ ਗਿਆ। ਲੁਕ ਛਿਪ ਕੇ ਕਦੀ ਲੁਕਦੇ ਹਨ, ਕਦੀ ਚੱਲ ਪੈਂਦੇ ਹਨ। ਖੱਚਰ ਹੈ ਉਹਨਾਂ ਕੋਲ, ਉਸ ਦੇ ਉੱਤੇ ਸਵਾਰ ਹੋ ਜਾਂਦੇ ਹਨ। ਕਦੀ ਤੁਸੀਂ ਦੇਖੋ ਕਿ ਤਕਰੀਬਨ 7 ਕਿਲੋਮੀਟਰ ਦਾ ਪੈਂਡਾ ਉਹਨਾਂ ਨੇ ਸਾਰੇ ਦਿਨ ਦੇ ਵਿੱਚ ਤੈਅ ਕੀਤਾ ਔਰ ਇਸ ਸਥਾਨ ਤੇ ਪਹੁੰਚੇ। ਰਸਤੇ ਦੇ ਵਿੱਚ ਆਪਣੀ ਦਾਦੀ ਕੋਲੋਂ ਸਵਾਲ ਪੁੱਛਦੇ ਹਨ ਬਾਰ-ਬਾਰ ਕਿ ਕਿੱਥੇ ਗਏ ਸਾਡੇ ਪਿਤਾ, ਕਿੱਥੇ ਗਏ ਸਾਡੇ ਭਰਾ। दादी से बोले अपने सिपाही किधर गए, दरिया पे हमको छोड़ के राही किधर गए, तड़पा के हाय सूरते माही किधर गए, अब्बा भी भगा के लश्कर शाही किधर गए, भाई भी हमको भूल गए, जोक जंग में अपना ख्याल तक नहीं, ਜੋਕ ਤਫੰਗ ਮੇ। ਕਹਿੰਦੇ ਉਹ ਤੀਰਾਂ ਦੀ ਲੜਾਈ ਦੇ ਵਿੱਚ, ਜੰਗ ਦੇ ਵਿੱਚ ਸਾਨੂੰ ਭੁੱਲ ਗਏ ਸਾਡੇ ਭਰਾ, ਪਿਤਾ ਜੀ ਨੂੰ ਯਾਦ ਨਹੀਂ ਆਏ। ਬਾਰ-ਬਾਰ ਪੁੱਛਦੇ ਹਨ। ਆਪਣੇ ਘਰਾਂ 'ਚ ਝਾਤੀ ਮਾਰੋ, ਇਸ ਏਜ ਦਾ ਬੱਚਾ ਤੁਹਾਨੂੰ ਜਵਾਬ ਇੱਕ ਵਾਰ ਸੈਟਿਸਫੈਕਟਰੀ ਨਾ ਮਿਲੇ ਤਾਂ ਬਾਰ-ਬਾਰ ਪੁੱਛਦਾ ਹੈ। ਉਸ ਵੇਲੇ ਫਿਰ ਆਪਣੇ ਭਰਾਵਾਂ ਦੇ ਨਾਲ ਗਿਲਾ ਕਰਦੇ ਹਨ, ਕਿਉਂਕਿ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ ਤੇ ਬਾਬਾ ਜ਼ੋਰਾਵਰ ਫਤਿਹ ਸਿੰਘ ਜੀ ਦਾ ਪਿਆਰ ਹੀ ਬਹੁਤ ਜ਼ਿਆਦਾ ਗੂੜਾ ਸੀ। कहते जब रण अजीत जीत के तशरीफ लाएंगे, अब्बा के साथ जिस घड़ी जुझार आएंगे, करके गिला हर एक से हम रूठ जाएंगे, माता कभी पिता कभी भाई मनाएंगे, हमको गले लगा के कहेंगे वो बार बार, मान जाओ लेकिन हम नहीं मानेंगे जिनहार। कहते जो मर्जी हो जे सानू कहणगे असीं मन जो, ਫਿਰ ਅਸੀਂ ਨਹੀਂ ਮੰਨਾਂਗੇ। ਫਿਰ ਸੋਚਦੇ ਹਨ ਕਿ ਸਾਡੇ ਤੇ ਪਿਆਰੇ ਭਰਾ ਹੀ ਆ ਨਾ, ਜੋ ਮਰਜ਼ੀ ਹੋ ਜੇ, ਨਹੀਂ ਅਸੀਂ ਉਹਨਾਂ ਨੂੰ ਬੁਲਾ ਲਾਂਗੇ, ਪਰ ਬੁਲਾਉਣ ਤੋਂ ਪਹਿਲਾਂ ਉਹਨਾਂ ਕੋਲ ਇੱਕ ਵਾਅਦਾ ਲਵਾਂਗੇ ਕਿ ਜੋ ਤੁਸੀਂ ਸਾਡੇ ਨਾਲ ਅੱਜ ਕੀਤਾ, ਛੱਡ ਕੇ ਚਲੇ ਗਏ, ਇਹ ਦੁਬਾਰਾ ਸਾਡੇ ਨਾਲ ਨਹੀਂ ਕਰੋਗੇ ਤੇ ਅਸੀਂ ਤੁਹਾਡੇ ਨਾਲ ਬੋਲਾਂਗੇ। ਇਕਰਾਰ लेंगे सबसे भुलाना ना फिर कभी, बार दिगर छोड़ के सताना ना फिर कभी, हमको अकेले छोड़ के जाना ना फिर कभी, कह देते हैं जो हंस के रुलाना ना फिर कभी। ਕਹਿੰਦੇ ਸਾਨੂੰ ਤੁਸੀਂ ਦੁਬਾਰਾ ਨਾ ਰੁਲਾਇਓ। ਇਹ ਜਿਹੜਾ ਸਾਰੀ ਇੱਥੋਂ ਦੀ ਵਾਰਤਾਲਾਪ ਹੈ, ਜੋ ਅਗਲੇ ਦਿਨਾਂ ਦਾ ਇਤਿਹਾਸ ਹੈ, ਜੇਕਰ ਸਿੱਖ ਦੇ ਮਨਾਂ ਦੇ ਵਿੱਚ ਸੁਣ ਕੇ ਅਥਰੂ ਨਹੀਂ ਆਉਂਦੇ, ਜੇ ਉਹਦਾ ਦਿਲ ਹਿਰਦਾ ਨਹੀਂ ਪਿਘਲਦਾ, ਤਾਂ ਫਿਰ ਅਸੀਂ ਪੱਥਰ ਦੇ ਹੋ ਗਏ ਹਾਂ। ਇਸ ਜਿਹੜੀ ਉੱਥੋਂ ਦਾ ਬੜਾ ਔਖਾ ਸਫ਼ਰ 7 ਕਿਲੋਮੀਟਰ ਦੇ ਕਰੀਬ ਕਰਕੇ ਇਸ ਜਗ੍ਹਾ ਰਾਤ ਨੂੰ ਪਹੁੰਚਦੇ ਹਨ। ਅੱਗੇ ਸਤਲੁਜ ਹੈ, ਇੱਥੇ ਸਰਸਾ ਦਾ ਕਿਨਾਰਾ ਹੈ, ਤਾਂ ਜਿਹਨੂੰ ਕਹਿ ਦਿੰਦੇ ਇੱਕ ਡੈਡ ਐਂਡ ਆ ਗਿਆ ਹੈ। ਇਸ ਤੋਂ ਅੱਗੇ ਕੋਈ ਰਸਤਾ ਨਹੀਂ ਹੈ ਹੁਣ ਜਾਣ ਦਾ। ਇੱਥੇ ਇੱਕ ਕੁੰਮਾ ਮਾਸ਼ਕੀ ਜੀ ਰਹਿੰਦੇ ਹਨ, ਜਿਨ੍ਹਾਂ ਦੇ ਕੋਲ ਉਹ ਪਹੁੰਚਦੇ ਹਨ। ਉਹਨਾਂ ਦੀ ਇੱਕ ਛੋਟੀ ਜਿਹੀ ਝੌਂਪੜੀ ਕਹਿ ਲਈਏ, ਛੰਨ ਕਹਿ ਲਈਏ, ਇੱਕ ਉੱਥੇ ਹੈ। ਉੱਥੋਂ ਆਵਾਜ਼ ਦਿੰਦੇ ਹਨ ਆਣ ਕੇ ਕਿ ਸਾਨੂੰ ਰਾਤ ਗੁਜ਼ਾਰਨ ਲਈ ਥਾਂ ਚਾਹੀਦੀ ਹੈ। ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੇਰੀ ਕੁੱਲੀ ਦੇ ਵਿੱਚ ਬਹੁਤ ਛੋਟੀ ਹੈ, ਥਾਂ ਨਹੀਂ ਹੈ। ਉਸ ਵੇਲੇ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਜੀ ਬੋਲ ਗਏ, ਅਸੀਂ ਬਹੁਤ ਥੱਕੇ ਹਾਂ, ਠੰਡ ਵੀ ਬਹੁਤ ਹੈ, ਮੀਂਹ ਵੀ ਬਹੁਤ ਹੈ, ਅੱਜ ਦੀ ਰਾਤ ਸਾਨੂੰ ਕੁੱਲੀ 'ਚ ਕੱਟ ਲੈਣ ਦੇ।
ਜਦੋਂ ਇਹ ਆਵਾਜ਼ ਕੁੰਮੇ ਮਾਸ਼ਕੀ ਜੀ ਦੇ ਕੰਨਾਂ 'ਚ ਪਈ ਤਾਂ ਝੱਟ ਬਾਹਰ ਆਏ ਔਰ ਆਣ ਕੇ ਜਦੋਂ ਵੇਖਿਆ ਕਿ ਇਹ ਤਾਂ ਕੋਈ ਦੇਵਤੇ ਉਤਰ ਆਏ ਹਨ, ਸੋਹਣੀਆਂ ਸੋਹਣੀਆਂ ਸੂਰਤਾਂ ਹਨ, ਮਖਮਲੀ ਪੈਰ, ਮਖਮਲੀ ਚਿਹਰੇ ਹਨ। ਫਿਰ ਜਦੋਂ ਮਾਤਾ ਜੀ ਕੋਲੋਂ ਪਤਾ ਲੱਗਾ ਕਿ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਨ ਤਾਂ ਉਸ ਵੇਲੇ ਨਮਸਕਾਰ ਕੀਤੀ, ਅੰਦਰ ਲੈ ਗਏ ਔਰ ਸੇਵਾ ਕਰਨ ਲੱਗੇ। ਇਹਨਾਂ ਦਾ ਨਾਂ ਕਰਮੂ ਝੀਵਰ ਵੀ ਆਉਂਦਾ ਹੈ ਔਰ ਇਹ ਵੀ ਲਿਖਿਆ ਹੁੰਦਾ ਇਤਿਹਾਸ ਕਿ ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਇਹਨਾਂ ਦਾ ਨਾਂ ਕਰਮਦੀਨ ਵੀ ਰੱਖਿਆ ਸੀ। ਇਹਨਾਂ ਦਾ ਕੰਮ ਸੀਗਾ, ਇੱਥੇ ਬੇੜੀ ਸੀ ਇਹਨਾਂ ਕੋਲ, ਇੱਥੋਂ ਇਹ ਪਾਰ ਕਰਾਉਂਦੇ ਹੁੰਦੇ ਸੀ ਆਏ ਗਏ ਨੂੰ। ਹੁਣ ਕੁੰਮੇ ਮਾਸ਼ਕੀ ਦੀ ਛੰਨ ਦੇ ਅੰਦਰ ਬੈਠੇ ਹਨ ਮਾਤਾ ਜੀ। ਉੱਥੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਜੀ ਜਾਂਦੇ ਹਨ। ਇੱਥੋਂ ਮਾਤਾ ਲక్ష్ਮੀ ਜੀ ਉਹਨਾਂ ਦਾ ਨਾਮ ਆਉਂਦਾ ਹੈ, ਜਿਨ੍ਹਾਂ ਦੇ ਕੋਲੋਂ ਜਾ ਕੇ ਪ੍ਰਸ਼ਾਦਾ ਲੈ ਕੇ ਆਉਂਦੇ ਹਨ। ਸਾਹਿਬਜ਼ਾਦੇ ਗੱਲਾਂ ਕਰਦੇ ਪਿਤਾ ਜੀ ਦੀਆਂ, ਭਰਾਵਾਂ ਦੀਆਂ। ਮਾਤਾ ਜੀ ਜਵਾਬ ਦਿੰਦੇ ਹਨ, ਗੋਦੀ 'ਚ ਹੀ ਸਾਹਿਬਜ਼ਾਦੇ ਸੌਂ ਜਾਂਦੇ ਹਨ। ਸੋਚੋ ਕਿ ਉਸ ਵੇਲੇ ਉਸ 80 ਸਾਲ ਤੋਂ ਉੱਪਰ ਮਾਤਾ ਗੁਜਰ ਕੌਰ ਜੀ ਨੂੰ ਕਿੱਦਾਂ ਨੀਂਦ ਆ ਜਾਵੇਗੀ। 80 ਸਾਲ ਦੇ ਬਜ਼ੁਰਗਾਂ ਕੋਲੋਂ ਤੇ ਅੱਜ ਤੁਰਿਆ ਵੀ ਨਹੀਂ ਜਾਂਦਾ। ਮਾਤਾ ਜੀ ਨੇ ਇੱਕ ਰਾਤ ਦੁੱਖ ਦੀ ਪਿਛਲੀ ਕੱਟੀ ਹੈ, ਆਨੰਦਪੁਰ ਸਾਹਿਬ ਤੋਂ ਲੈ ਕੇ ਪਰਿਵਾਰ ਵਿਛੋੜਾ ਸਾਹਿਬ ਤੱਕ ਦਿਨ ਦੁੱਖਾਂ ਤਕਲੀਫਾਂ 'ਚ ਕੱਟਿਆ ਹੈ। ਰਾਤ ਆਈ ਹੈ, ਦੋਵੇਂ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਗੋਦੀ 'ਚ ਸੁੱਤੇ ਹਨ। ਮਾਤਾ ਜੀ ਦੇ ਮਨ ਦੇ ਵਿੱਚੋਂ ਕਈ ਖਿਆਲ ਨਿਕਲਦੇ ਹਨ ਕਿ ਮੇਰਾ ਪੁੱਤਰ ਸਹੀ ਆਖਦਾ ਸੀਗਾ, ਨਾ ਆਨੰਦਪੁਰ ਸਾਹਿਬ ਛੱਡ ਕੇ ਜਾਓ, ਸੁਖੀ ਰਹੋਗੇ। ਪਰ ਅੱਜ ਹੁਣ ਉਹ ਸਮਾਂ ਨਿਕਲ ਚੁੱਕਿਆ ਹੈ, ਉਹ ਤੀਰ ਨਿਕਲ ਚੁੱਕਿਆ ਹੈ, ਵਾਪਸ ਨਹੀਂ ਆਉਣਾ। ਅੱਜ ਹੁਣ ਇਹ ਦੁੱਖਾਂ ਦੀਆਂ ਘੜੀਆਂ ਟੁੱਟ ਪਈਆਂ ਹਨ। ਮਾਤਾ ਜੀ ਚੜ੍ਹਦੀ ਕਲਾ ਦੇ ਵਿੱਚ ਹਨ ਔਰ ਉਹਨਾਂ ਕੋਲ ਇੱਕ ਸਪੈਸ਼ਲ ਰੋਲ ਵੀ ਹੈ ਕਿ ਉਹਨਾਂ ਨੇ ਆਪਣੇ ਇਹਨਾਂ ਬੱਚਿਆਂ ਨੂੰ ਵੀ ਸਾਂਭ ਕੇ ਰੱਖਣਾ ਹੈ। ਜਿੱਥੇ ਦੁਸ਼ਮਣ ਤੋਂ ਬਚਾ ਕੇ ਰੱਖਣਾ ਹੈ, ਉੱਥੇ ਉਹਨਾਂ ਨੂੰ ਹਰ ਔਖੇ ਸਮੇਂ ਲਈ ਵੀ ਤਿਆਰ ਕਰਕੇ ਰੱਖਣਾ ਹੈ। ਇਸ ਥਾਂ ਤੇ ਮਾਤਾ ਜੀ ਨੇ 7 ਪੋਹ ਦੀ ਰਾਤ ਗੁਜ਼ਾਰੀ ਹੈ। ਇਹ ਵਿਛੋੜੇ ਦੀ ਪਹਿਲੀ ਰਾਤ ਸੀਗੀ। ਅੱਜ ਬਹੁਤ ਸੋਹਣਾ ਸਥਾਨ ਕੁੰਮਾ ਮਾਸ਼ਕੀ ਜੀ ਦਾ ਬਣਿਆ ਹੋਇਆ ਹੈ। ਭਾਈ ਸੁਰਿੰਦਰ ਸਿੰਘ ਉਹਨਾਂ ਨੇ ਇੱਥੋਂ ਦੀ ਖੋਜ ਕੀਤੀ ਸੀ। ਸ਼ੁਕਰ ਸਤਿਗੁਰੂ ਜੀ ਦਾ, ਧੰਨ ਭਾਗ ਉਸ ਗੁਰਸਿੱਖ ਦੇ ਜਿਹਨੂੰ ਇਹ ਸੇਵਾ ਬਖਸ਼ੀ ਗੁਰੂ ਸਾਹਿਬ ਨੇ। ਅੱਜ ਮੇਰੇ ਵਰਗੇ ਵੀ ਇੱਥੇ ਆਣ ਕੇ ਦਰਸ਼ਨ ਕਰ ਸਕਦੇ ਹਨ, ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰ ਸਕਦੇ ਹਨ। ਸੰਗਤ ਜੀ, ਆਹ ਦਿਨ ਜਿਹੜੇ ਆ ਇਹ ਇਗਨੋਰ ਕਰਨ ਵਾਲੇ ਨਹੀਂ ਆ। ਤੁਹਾਡੇ ਘਰਾਂ 'ਚ ਕੋਈ ਗੀਤ ਨਾ ਵੱਜੇ, ਕੋਈ ਇਹੋ ਜਿਹੇ ਇਹ ਨਾ ਹੋਵੇ ਕਿ ਐਵੇਂ ਹੱਸਦੇ ਖੇਡਦੇ ਇਹਨਾਂ ਦਿਨਾਂ ਨੂੰ ਗੁਜ਼ਾਰਦੇ ਹੋ। ਇਹਨਾਂ ਦਿਨਾਂ ਦੇ ਵਿੱਚ ਬਾਰ-ਬਾਰ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਕਰਨਾ ਚਾਹੀਦਾ ਵਾ, ਜਿਨ੍ਹਾਂ ਸਾਡੇ ਲਈ ਜਾਨਾਂ ਵਾਰੀਆਂ। ਉਹ ਜਾਨਾਂ ਤੇ ਆਪਣਾ ਪਰਿਵਾਰ ਨਹੀਂ ਵਾਰਦਾ। ਔਰ ਸਾਡੇ ਸਭ ਤੋਂ ਵੱਡੇ ਸਕੇ ਸੰਬੰਧੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ, ਸਾਡੇ ਸਭ ਤੋਂ ਵੱਡੇ ਸਕੇ ਸੰਬੰਧੀ ਧੰਨ ਧੰਨ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਸਾਡੇ ਵੱਡੇ ਭਰਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਡੀ ਝੋਲੀ ਵਿੱਚ ਸਰਦਾਰੀ ਪਾਈ, ਉਹਨਾਂ ਨੂੰ ਲੱਖ ਲੱਖ ਵਾਰ ਨਮਸਕਾਰ ਹੈ। ਵੀਡੀਓ ਸ਼ੇਅਰ ਜ਼ਰੂਰ ਕਰਨਾ। ਹੋਈਆਂ ਭੁੱਲਾਂ ਦੀ ਮੁਆਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।